ਸਤਿ ਸ਼੍ਰੀ ਅਕਾਲ ਦੋਸਤੋ, ਸਟਾਕ ਮਾਰਕੀਟ ਦੇ ਫ੍ਰੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਟੈਕਨੀਕਲ ਐਨਾਲਿਸਿਸ ਕੋਰਸ ਦੀ ਟ੍ਰੇਨਿੰਗ ਬੇਸਿਕਸ ਤੋਂ ਲੈ ਕੇ ਐਡਵਾਂਸ ਤੱਕ ਬਿਲਕੁਲ ਫ੍ਰੀ ਵਿੱਚ ਦਿੱਤੀ ਜਾਏਗੀ। ਤਾਂ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਟੈਕਨੀਕਲ ਐਨਾਲਿਸਿਸ ਦੇ ਬਾਰੇ। ਵਾਟ ਇਜ਼ ਟੈਕਨੀਕਲ ਐਨਾਲਿਸਿਸ ਐਂਡ ਹਾਊ ਡਜ਼ ਇਟ ਵਰਕ ਇਨ ਸਟਾਕ ਮਾਰਕੀਟ। ਲੇਕਿਨ ਇਸ ਤੋਂ ਪਹਿਲਾਂ ਸਟਾਕ ਮਾਰਕੀਟ ਦਾ ਇੱਕ ਬਰੀਫ ਇੰਟਰੋਡਕਸ਼ਨ ਕਿ ਸਟਾਕ ਮਾਰਕੀਟ ਹੈ ਕੀ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਸ਼ੇਅਰ ਬਾਜ਼ਾਰ ਅਰਥ ਵਿਵਸਥਾ ਦਾ ਇੱਕ ਮਹੱਤਵਪੂਰਨ ਅੰਗ ਹੈ ਜੋ ਲਿਸਟਡ ਕੰਪਨੀਆਂ ਨੂੰ ਆਪਣੇ ਬਿਜ਼ਨਸ ਨੂੰ ਚਲਾਉਣ ਔਰ ਵਿਸਤਾਰ ਕਰਨ ਲਈ ਕੈਸ਼ ਜਨਰੇਟ ਕਰਨ ਲਈ ਮਦਦ ਕਰਦਾ ਹੈ। ਸਟਾਕ ਮਾਰਕੀਟ ਇਜ਼ ਇਨ source to exchange shares from buyers to sellers and sellers to buyers। ਦੂਸਰੇ ਸ਼ਬਦਾਂ ਵਿੱਚ ਇਹ ਸ਼ੇਅਰਾਂ ਨੂੰ ਆਸਾਨੀ ਦੇ ਨਾਲ ਲੈਣ ਦੇਣ ਵਿੱਚ ਮਦਦ ਕਰਦਾ ਹੈ। ਕੰਪਨੀਆਂ ਕੈਸ਼ ਜਨਰੇਟ ਕਰਨ ਵਾਸਤੇ ਬੈਂਕਸ, NBFC ਆਦਿ ਵਰਗੇ ਫਾਈਨੈਂਸ਼ੀਅਲ ਇੰਸਟੀਟਿਊਟਸ ਦੀ ਬਜਾਏ ਸਟਾਕ ਮਾਰਕੀਟ ਨੂੰ ਪਸੰਦ ਕਰਦੀਆਂ ਹਨ, ਕਿਉਂਕਿ ਬੈਂਕਸ ਵਿੱਚ ਉਹਨਾਂ ਨੂੰ ਲੋਨ ਅਮਾਊਂਟ ਦੇ ਨਾਲ ਨਾਲ ਇੰਟਰਸਟ ਵੀ ਪੇ ਕਰਨਾ ਹੋਏਗਾ, ਚਾਹੇ ਉਹਨਾਂ ਦਾ ਬਿਜ਼ਨਸ ਪ੍ਰੋਫਿਟ ਵਿੱਚ ਹੋਵੇ ਜਾਂ ਨਾ। ਲੇਕਿਨ ਉਹ ਸ਼ੇਅਰ ਬਾਜ਼ਾਰ ਦੇ ਨਾਲ ਜਾਂਦੀਆਂ ਹਨ ਤੇ ਈਜ਼ੀਲੀ ਆਪਣੇ ਸ਼ੇਅਰਸ ਦੇ ਅਗੇਂਸਟ ਕੈਸ਼ ਜਨਰੇਟ ਕਰ ਸਕਦੀਆਂ ਤੇ ਉਹਨਾਂ ਨੂੰ ਕੋਈ ਇੰਟਰਸਟ ਵੀ ਪੇ ਨਹੀਂ ਕਰਨਾ ਹੋਏਗਾ। ਤਾਂ ਦੋਸਤੋ, ਸਟਾਕ ਮਾਰਕੀਟ ਦਾ ਬਰੀਫ ਇੰਟਰੋਡਕਸ਼ਨ ਸੀ। ਹੁਣ ਅਸੀਂ ਗੱਲ ਕਰਾਂਗੇ ਆਪਣੇ ਅੱਜ ਦੇ ਟੌਪਿਕ ਯਾਨੀ ਕਿ ਟੈਕਨੀਕਲ ਐਨਾਲਿਸਿਸ ਦੇ ਬਾਰੇ। ਪਹਿਲਾਂ ਅਸੀਂ ਫੰਡਾਮੈਂਟਲ ਐਂਡ ਟੈਕਨੀਕਲ ਦੇ ਅੰਤਰ ਨੂੰ ਸਮਝ ਲੈਂਦੇ ਹਾਂ। ਕਿਸੇ ਵੀ ਸਟਾਕ ਦੇ ਵਿੱਚ ਟ੍ਰੇਡਿੰਗ ਜਾਂ ਇਨਵੈਸਟਿੰਗ ਕਰਨ ਵਾਸਤੇ ਕੰਪਨੀ ਨੂੰ ਦੋ ਤਰੀਕੇ ਨਾਲ ਐਨਾਲਾਈਜ਼ ਕੀਤਾ ਜਾਂਦਾ ਹੈ। ਨੰਬਰ 1 ਫੰਡਾਮੈਂਟਲ ਐਨਾਲਿਸਿਸ ਐਂਡ ਨੰਬਰ 2 ਟੈਕਨੀਕਲ ਐਨਾਲਿਸਿਸ। ਪਹਿਲਾਂ ਅਸੀਂ ਫੰਡਾਮੈਂਟਲ ਐਨਾਲਿਸਿਸ ਦੀ ਗੱਲ ਕਰਾਂਗੇ। ਇਸ ਦੇ ਨਾਲ ਟੈਕਨੀਕਲ ਐਨਾਲਿਸਿਸ ਨੂੰ ਸਮਝਣ ਵਿੱਚ ਮਦਦ ਮਿਲੇਗੀ। ਅਗਰ ਅਸੀਂ ਚਾਰਟ ਨਾਲ ਦੇਖकर ਕੰਪਨੀ ਦੀ ਬੈਲੈਂਸ ਸ਼ੀਟ ਜਾਂ ਡਿਵੀਡੈਂਡ ਹਿਸਟਰੀ ਆਦਿ ਚੈੱਕ ਕਰਦੇ ਹਾਂ ਤੇ ਇਸ ਨੂੰ ਅਸੀਂ ਫੰਡਾਮੈਂਟਲ ਐਨਾਲਿਸਿਸ ਕਹਿੰਦੇ ਹਾਂ। ਲੇਕਿਨ ਦੋਸਤੋ, ਫੰਡਾਮੈਂਟਲ ਦੇ ਡਰਾਬੈਕਸ ਬਹੁਤ ਜ਼ਿਆਦਾ ਨੇ, ਕਿਉਂਕਿ ਫੰਡਾਮੈਂਟਲ ਦੇ ਅਨੁਸਾਰ ਕੋਈ ਵੀ ਸਟਾਕ ਆਪਣੀ ਵੈਲਿਊਏਸ਼ਨ ਦੇ ਨੀਚੇ ਟ੍ਰੇਡ ਕਰ ਰਿਹਾ ਹੈ ਤਾਂ ਵह ਬਾਇੰਗ ਕਾਊਂਟਰ ਹੈ। ਇਸ ਦਾ ਇਹ ਮਤਲਬ ਹੋਇਆ ਕਿ ਸਟਾਕ ਨੂੰ ਲੋ ਵੈਲਿਊਏਸ਼ਨ ਤੇ ਬਾਏ ਕਰਨਾ ਚਾਹੀਦਾ ਹੈ। ਲੇਕਿਨ ਕਦੋਂ ਬਾਏ ਕਰਨਾ ਚਾਹੀਦਾ ਹੈ, ਫੰਡਾਮੈਂਟਲ ਐਨਾਲਿਸਿਸ ਸਾਨੂੰ ਨਹੀਂ ਦੱਸ ਪਾਉਂਦਾ, ਕਿਉਂਕਿ ਸਟਾਕ ਵੈਲਿਊਏਸ਼ਨ ਦੇ ਨੀਚੇ ਟ੍ਰੇਡ ਕਰ ਰਿਹਾ ਹੈ ਇਹ ਤਾਂ ਪਤਾ ਚੱਲ ਗਿਆ, ਲੇਕਿਨ ਕਦ ਤੱਕ ਲੋ ਵੈਲਿਊਏਸ਼ਨ ਤੇ ਹੀ ਟ੍ਰੇਡ ਕਰਦਾ ਰਹੇਗਾ ਜਾਂ ਕਰੰਟ ਵੈਲਿਊਏਸ਼ਨ ਤੋਂ ਵੀ ਨੀਚੇ ਜਾਏਗਾ, ਇਹ ਫੰਡਾਮੈਂਟਲੀ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਦੋਸਤੋ, ਹੁਣ ਅਸੀਂ ਗੱਲ ਕਰਾਂਗੇ ਸਟਾਕ ਨੂੰ ਐਨਾਲਾਈਜ਼ ਕਰਨ ਦੇ ਦੂਸਰੇ ਤਰੀਕੇ ਯਾਨੀ ਕਿ ਟੈਕਨੀਕਲ ਐਨਾਲਿਸਿਸ ਦੀ। ਟੈਕਨੀਕਲ ਐਨਾਲਿਸਿਸ ਦਾ ਯੂਜ਼ ਫਾਈਨੈਂਸ਼ੀਅਲ ਮਾਰਕੀਟ ਵਿੱਚ ਫਿਊਚਰ ਮੂਵਮੈਂਟਸ ਨੂੰ ਫੋਰਕਾਸਟ ਕਰਨ ਲਈ ਕੀਤਾ ਜਾਂਦਾ ਹੈ ਔਨ ਦਾ ਬੇਸਿਸ ਆਫ ਇਟਸ ਪਾਸਟ ਮੂਵਮੈਂਟਸ। ਟੈਕਨੀਕਲ ਐਨਾਲਿਸਿਸ ਦੇ ਅਨੁਸਾਰ ਜੈਸਾ ਮੂਵ ਸੇਮ ਕੰਡੀਸ਼ਨ ਵਿੱਚ ਸਟਾਕ ਨੇ ਪਾਸਟ ਵਿੱਚ ਦਿੱਤਾ ਹੈ, ਵੈਸਾ ਹੀ ਮੂਵ ਅਸੀਂ ਫਿਊਚਰ ਵਿੱਚ ਵੀ ਐਕਸਪੈਕਟ ਕਰ ਸਕਦੇ ਹਾਂ। ਟੈਕਨੀਕਲ ਐਨਾਲਿਸਿਸ ਦਾ ਯੂਜ਼ ਸਟਾਕਸ, ਇੰਡਾਈਸਿਸ, ਕਰੰਸੀਜ਼, ਕਮੋਡਿਟੀਜ਼ ਆਦਿ ਵਿੱਚ ਕੀਤਾ ਜਾਂਦਾ ਹੈ। ਟੈਕਨੀਕਲ ਐਨਾਲਿਸਿਸ ਸਾਰੇ ਟਾਈਮ ਫਰੇਮ ਲਾਈਕ ਆਵਰਲੀ, ਡੇਲੀ, ਵੀਕਲੀ ਆਦਿ ਵਿੱਚ ਸੇਮ ਪ੍ਰੋਸੈਸ ਵਿੱਚ ਕੰਮ ਕਰਦਾ ਹੈ। ਦੋਸਤੋ, ਟੈਕਨੀਕਲ ਐਨਾਲਿਸਿਸ ਦਾ ਇਸਤੇਮਾਲ ਅਸੀਂ ਹਰ ਦਿਨ ਆਪਣੇ ਜੀਵਨ ਵਿੱਚ ਕਰਦੇ ਹਾਂ, ਲੇਕਿਨ ਸਾਨੂੰ ਇਸ ਦਾ ਅੰਦੇਸ਼ਾ ਵੀ ਨਹੀਂ ਹੁੰਦਾ। ਇਸ ਨੂੰ ਇੱਕ ਉਦਾਹਰਨ ਦੇ ਨਾਲ ਸਮਝਾਂਗੇ, ਲਾਈਕ ਵੈਦਰ ਫੋਰਕਾਸਟਿੰਗ। ਵਿਗਿਆਨਿਕ ਸਾਨੂੰ ਸੁਨਾਮੀ ਆਉਣ ਦੀ ਜਾਣਕਾਰੀ ਸੁਨਾਮੀ ਦੇ ਆਉਣ ਤੋਂ ਪਹਿਲਾਂ ਹੀ ਦੇ ਦਿੰਦੇ ਨੇ। ਇਹ ਕਿੰਨੀ ਵਿਨਾਸ਼ਕਾਰੀ ਹੋਏਗੀ ਔਰ ਇਸ ਦੀ ਸਪੀਡ ਕੀ ਹੋਏਗੀ, ਵਿਗਿਆਨਿਕ ਇਸ ਦੀ ਜਾਣਕਾਰੀ ਸਾਨੂੰ ਪਹਿਲਾਂ ਹੀ ਉਪਲਬਧ ਕਰਵਾ ਦਿੰਦੇ। ਲੇਕਿਨ ਦੋਸਤੋ, ਸੁਨਾਮੀ ਕਈ ਵਾਰ ਐਂਟੀਸਪੇਸ਼ਨਸ ਤੋਂ ਘੱਟ ਭਿਆਨਕ ਹੁੰਦੀ ਹੈ ਔਰ ਕਈ ਵਾਰ ਐਂਟੀਸਪੇਸ਼ਨਸ ਤੋਂ ਜ਼ਿਆਦਾ ਵਿਨਾਸ਼ਕਾਰੀ ਹੁੰਦੀ ਹੈ, ਲੇਕਿਨ ਮੋਸਟ ਆਫ ਦਾ ਟਾਈਮ ਵਿਗਿਆਨਿਕਾਂ ਦਾ ਪ੍ਰੈਡਿਕਸ਼ਨ 100% ਐਕੂਰੇਟ ਹੁੰਦਾ ਹੈ। ਦੋਸਤੋ, ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਇਹ ਇੱਕ ਫੋਰਕਾਸਟਿੰਗ ਹੈ, ਐਂਟੀਸਪੇਸ਼ਨ ਹੈਗਾ ਸੁਨਾਮੀ ਦੇ ਸਾਲੋਂ ਪਹਿਲਾਂ ਦਾ ਡੇਟਾ ਦਾ, ਜਿਸ ਦਾ ਇਸਤੇਮਾਲ ਕਰਕੇ ਵਿਗਿਆਨਿਕ ਪ੍ਰੈਡਿਕਟ ਕਰਦੇ ਨੇ ਕਿ ਸੁਨਾਮੀ ਆ ਸਕਦੀ ਹੈ ਜਾਂ ਨਹੀਂ, ਕਿਉਂਕਿ ਸੇਮ ਕੰਡੀਸ਼ਨ ਵਿੱਚ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਹੈ। ਦੋਸਤੋ, ਵਿਗਿਆਨਿਕਾਂ ਦੀ ਇਸ ਟੈਕਨੀਕ ਨੂੰ ਟੈਕਨੀਕਲ ਐਨਾਲਿਸਿਸ ਕਹਿੰਦੇ ਨੇ। ਦੋਸਤੋ, ਚਾਰਟ ਨੂੰ ਐਨਾਲਾਈਜ਼ ਕਰਨ ਦੀ ਵੀ ਇੱਕ ਟੈਕਨੀਕ ਹੈ ਜਿਸ ਦੇ ਨਾਲ ਚਾਰਟ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ ਕਿ ਚਾਰਟ ਦੇ ਵਿੱਚ ਨੈਕਸਟ ਮੂਵ ਅਪਵਰਡ ਹੋਏਗਾ ਜਾਂ ਡਾਊਨਵਰਡ ਹੋਏਗਾ ਜਾਂ ਸਾਈਡਵੇਜ਼ ਹੀ ਹੋਏਗਾ। ਇਸ ਨੂੰ ਹੀ ਟੈਕਨੀਕਲ ਐਨਾਲਿਸਿਸ ਕਹਿੰਦੇ ਨੇ। ਸਟਾਕ ਦੀ ਮੂਵਮੈਂਟ ਵੀ ਉਸੇ ਪ੍ਰਕਾਰ ਐਨਾਲਾਈਜ਼ ਕੀਤੀ ਜਾਂਦੀ ਹੈ ਜਿਸ ਪ੍ਰਕਾਰ ਵਿਗਿਆਨਿਕ ਸੁਨਾਮੀ ਦੇ ਪਾਸਟ ਡੇਟਾ ਨਾਲ ਸੁਨਾਮੀ ਨੂੰ ਫੋਰਕਾਸਟ ਕਰਦੇ ਨੇ। ਸਟਾਕ ਨੂੰ ਐਨਾਲਾਈਜ਼ ਕਰਨ ਲਈ ਅਸੀਂ ਸਟਾਕ ਦੇ ਡੇਟਾ ਯਾਨੀ ਕਿ ਚਾਰਟਸ ਨੂੰ ਐਨਾਲਾਈਜ਼ ਕਰਦੇ ਹਾਂ। ਚਾਰਟ ਸਾਨੂੰ ਸਟਾਕ ਦੇ ਮੂਵਮੈਂਟ ਔਰ ਸਟਾਕ ਦੇ ਪ੍ਰਾਈਸ ਨੂੰ ਦੱਸਦਾ ਹੈ। ਸਟਾਕ ਮਾਰਕੀਟ ਵਿੱਚ ਚਾਰਟ ਦਾ ਇਸਤੇਮਾਲ ਪਾਸਟ ਰਿਕਾਰਡਸ ਨੂੰ ਸੇਵ ਕਰਨ ਲਈ ਕੀਤਾ ਜਾਂਦਾ ਹੈ। ਜਿਸ ਪ੍ਰਕਾਰ ਅਸੀਂ ਆਪਣੇ ਬਿਜ਼ਨਸ ਜਾਂ ਘਰ ਦਾ ਡੇਟਾ ਸਟੋਰ ਕਰਦੇ ਹਾਂ, ਲੇਕਿਨ ਘਰ ਜਾਂ ਆਪਣੇ ਛੋਟੇ ਬਿਜ਼ਨਸ ਦਾ ਡੇਟਾ ਸਟੋਰ ਕਰਨ ਵਾਸਤੇ ਸਾਨੂੰ ਚਾਰਟ ਦੀ ਜ਼ਰੂਰਤ ਇਸ ਲਈ ਨਹੀਂ ਹੁੰਦੀ ਕਿਉਂਕਿ ਇਹ ਡੇਟਾ ਬਹੁਤ ਹੀ ਲਿਮਿਟਡ ਹੈ ਐਜ਼ ਕੰਪੇਅਰ ਟੂ ਸਟਾਕ ਪ੍ਰਾਈਸ ਡੇਟਾ, ਕਿਉਂਕਿ ਸਟਾਕ ਦਾ ਪ੍ਰਾਈਸ ਹਰ ਇੱਕ ਸੈਕਿੰਡ ਵਿੱਚ ਮੂਵ ਹੁੰਦਾ ਹੈ। ਪ੍ਰਾਈਸ ਦੇ ਮੂਵਮੈਂਟ ਦੇ ਨਾਲ ਇੱਕ ਡੇਟਾ ਰੈਡੀ ਹੁੰਦਾ ਹੈ ਜਿਸ ਦੇ ਨਾਲ ਚਾਰਟ ਬਣਦਾ ਹੈ ਔਰ ਨਾਲ ਹੀ ਡਿਫਰੈਂਟ ਪੈਟਰਨ ਵੀ ਬਣਦੇ ਨੇ। ਇਹਨਾਂ ਪੈਟਰਨ ਦੀ ਸਟੱਡੀ ਅਸੀਂ ਟੈਕਨੀਕਲ ਐਨਾਲਿਸਿਸ ਵਿੱਚ ਕਰਦੇ ਹਾਂ, ਜਿਸ ਦੀ ਸਹਾਇਤਾ ਨਾਲ ਸਾਨੂੰ ਪਤਾ ਚੱਲਦਾ ਹੈ ਕਿ ਸਟਾਕ ਦਾ ਨੈਕਸਟ ਮੂਵ ਅਪਵਰਡ ਹੋਏਗਾ ਜਾਂ ਡਾਊਨਵਰਡ ਹੋਏਗਾ ਜਾਂ ਸਾਈਡਵੇਜ਼ ਹੀ ਰਹੇਗਾ। ਦੋਸਤੋ, ਪ੍ਰਾਈਸ ਦੇ ਮੂਵਮੈਂਟ ਦੇ ਨਾਲ ਕਈ ਪ੍ਰਕਾਰ ਦੇ ਚਾਰਟਸ ਬਣਦੇ ਨੇ। ਚਾਰਟਿੰਗ ਦੀ ਕਈ ਵੈਬਸਾਈਟਸ ਅਵੇਲੇਬਲ ਨੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਚਾਰਟ ਦੀ ਸਟੱਡੀ ਕਰ ਸਕਦੇ ਹਾਂ। ਅਸੀਂ ਇਸ ਟੈਕਨੀਕਲ ਕੋਰਸ ਵਿੱਚ ਲਾਈਨ ਚਾਰਟ ਐਂਡ ਕੈਂਡਲਸਟਿਕ ਚਾਰਟ ਦੀ ਸਟੱਡੀ ਕਰਾਂਗੇ, ਲੇਕਿਨ ਸਾਡਾ ਜ਼ਿਆਦਾ ਫੋਕਸ ਕੈਂਡਲਸਟਿਕ ਚਾਰਟ ਤੇ ਹੀ ਰਹੇਗਾ ਕਿਉਂਕਿ ਕੈਂਡਲਸਟਿਕ ਚਾਰਟ ਪੈਟਰਨ ਦੇ ਇਲਾਵਾ ਅਸੀਂ ਕੈਂਡਲਸ ਤੇ ਵੀ ਸਟੱਡੀ ਕਰਾਂਗੇ। ਦੋਸਤੋ, ਅਗਰ ਤੁਸੀਂ ਕੇਵਲ ਕੈਂਡਲਸਟਿਕ ਨੂੰ ਅੱਛੇ ਨਾਲ ਸਟੱਡੀ ਕਰ ਲਿਆ ਤੇ ਯਕੀਨ ਮੰਨਿਓ ਸਟਾਕ ਮਾਰਕੀਟ ਵਿੱਚ ਤੁਹਾਨੂੰ ਕਦੀ ਲਾਸ ਨਹੀਂ ਹੋਏਗਾ,
ਕੈਂਡਲਸਟਿਕ ਦੀ ਸਟੱਡੀ ਅਸੀਂ ਸਟੈਪ ਬਾय ਸਟੈਪ ਕਰਾਂਗੇ ਕਿ ਕੈਂਡਲ ਦਾ ਫਾਰਮੇਸ਼ਨ ਕਿਸ ਤਰ੍ਹਾਂ ਹੁੰਦਾ ਹੈ ਔਰ ਕੈਂਡਲ ਦੇ ਨਾਲ ਚਾਰਟ ਪੈਟਰਨਸ ਕਿਸ ਤਰ੍ਹਾਂ ਬਣਦੇ ਨੇ ਔਰ ਇਹਨਾਂ ਪੈਟਰਨਸ ਨੂੰ ਐਗਜ਼ੀਕਿਊਟ ਕਰਕੇ ਟ੍ਰੇਡਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇਸ ਦੀ ਤੁਹਾਨੂੰ ਡੀਪ ਟ੍ਰੇਨਿੰਗ ਦਿੱਤੀ ਜਾਏਗੀ ਵਿਦ ਐਗਜ਼ਾਮਪਲਸ ਔਰ ਤੁਹਾਡੇ ਡਾਊਟਸ ਕਲੀਅਰ ਕਰਨ ਵਾਸਤੇ ਤੁਹਾਨੂੰ ਈਮੇਲ ਸਪੋਰਟ ਵੀ ਦਿੱਤਾ ਜਾਏਗਾ। ਤੁਸੀਂ ਆਪਣੇ ਕੁਐਸਚਨ ਸਾਨੂੰ ਈਮੇਲ ਕਰ ਸਕਦੇ ਹੋ ਔਰ ਤੁਹਾਨੂੰ ਐਕੂਰੇਟ ਆਨਸਰ ਈਮੇਲ ਤੇ ਰਿਪਲਾਈ ਕਰਕੇ ਦਿੱਤਾ ਜਾਏਗਾ। ਦੋਸਤੋ ਸਪੋਰਟ ਸਰਵਿਸ ਵੀ ਬਿਲਕੁਲ ਮੁਫਤ ਹੈ ਤੇ ਤੁਸੀਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਕੋਰਸ ਦੇ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਏ। ਦੋਸਤੋ ਸਪੋਰਟ ਕੇਵਲ ਲੇਟੈਸਟ ਵੀਡੀਓਜ਼ ਦੇ ਕੁਐਸਚਨਸ ਤੇ ਹੀ ਦਿੱਤਾ ਜਾਏਗਾ, 올ਡ ਵੀਡੀਓਜ਼ ਤੇ ਕੋਈ ਸਪੋਰਟ ਨਹੀਂ ਦਿੱਤਾ ਜਾਏਗਾ ਤੇ ਤੁਸੀਂ ਵੀਡੀਓ ਨੂੰ ਰਿਪੀਟ ਤੇ ਦੇਖ ਸਕਦੇ ਹੋ। ਕੋਈ ਡਾਊਟ ਹੋ ਤੇ ਤੁਸੀਂ ਈਮੇਲ ਦੁਆਰਾ ਡਾਊਟ ਕਲੀਅਰ ਕਰ ਸਕਦੇ ਹੋ। ਦੋਸਤੋ ਕੇਵਲ ਇसी ਚੈਨਲ ਤੇ ਤੁਹਾਨੂੰ ਨੈਵਰ ਬਿਫੋਰ ਟੈਕਨੀਕਲ ਐਨਾਲਿਸਿਸ ਕੋਰਸ ਦੀ ਟ੍ਰੇਨਿੰਗ ਐਬਸੋਲੂਟਲੀ ਫ੍ਰੀ ਦਿੱਤੀ ਜਾਏਗੀ। तो स्टार्ट करते हैं फ्री टेक्निकल एनालिसिस कोर्स फॉर स्टॉक मार्केट ट्रेडिंग एंड इन्वेस्टिंग। ਟੈਕਨੀਕਲ ਐਨਾਲਿਸਿਸ ਕੇਵਲ ਟ੍ਰੇਡਿੰਗ ਦੇ ਲਈ ਨਹੀਂ ਬਲਕਿ ਇਨਵੈਸਟਿੰਗ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਸ਼ਾਰਟ ਟਰਮ ਦੇ ਨਾਲ ਲੌਂਗ ਟਰਮ ਦੇ ਟ੍ਰੈਂਡ ਰਿਵਰਸਲ ਦੇ ਸਿਗਨਲ ਵੀ ਦੇ ਦਿੰਦਾ ਹੈ। ਇਹ ਸਾਨੂੰ ਡਾਊਨ ਟ੍ਰੈਂਡ ਸਟਾਰਟ ਹੋਣ ਤੋਂ ਪਹਿਲਾਂ ਹੀ ਸਿਗਨਲ ਦੇ ਦਿੰਦਾ ਹੈ ਔਰ ਅਸੀਂ ਡਾਊਨ ਟ੍ਰੈਂਡ ਵਿੱਚ ਟ੍ਰੈਪ ਹੋਣ ਤੋਂ ਬਚ ਸਕਦੇ ਹਾਂ। ਦੋਸਤੋ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਟੈਕਨੀਕਲ ਐਨਾਲਿਸਿਸ ਕੋਰਸ ਵਿੱਚ ਦੋ ਪ੍ਰਕਾਰ ਦੇ ਚਾਰਟ ਦੀ आवश्यकता ਹੁੰਦੀ ਹੈ, ਨੰਬਰ 1 ਲਾਈਨ ਚਾਰਟ ਤੇ ਨੰਬਰ 2 ਕੈਂਡਲਸਟਿਕ ਚਾਰਟ। ਤਾਂ ਸਭ ਤੋਂ ਪਹਿਲਾਂ ਅਸੀਂ ਲਾਈਨ ਚਾਰਟ ਦੀ ਗੱਲ ਕਰਾਂਗੇ ਕਿ ਲਾਈਨ ਚਾਰਟ ਕਿਸ ਤਰ੍ਹਾਂ ਕੰਮ ਕਰਦੇ ਹਨ। ਦੋਸਤੋ ਲਾਈਨ ਚਾਰਟ ਵਿੱਚ ਪ੍ਰਾਈਸ ਮੂਵਮੈਂਟ ਦੇ ਨਾਲ ਲਾਈਨ ਫਾਰਮ ਹੁੰਦੀ ਹੈ ਔਰ ਇਸ ਲਾਈਨ ਦੇ ਨਾਲ ਲਾਈਨ ਚਾਰਟ ਬਣਦਾ ਹੈ। ਲੇਕਿਨ ਲਾਈਨ ਚਾਰਟ ਸਾਨੂੰ ਪਾਰਟਿਕੂਲਰ ਟਾਈਮ ਫਰੇਮ ਦਾ ਕੇਵਲ ਕਲੋਜ਼ਿੰਗ ਪ੍ਰਾਈਸ ਹੀ ਦੱਸ ਸਕਦਾ ਹੈ। ਇਹ ਸਾਨੂੰ ਓਪਨ ਹਾਈ ਔਰ ਲੋ ਪ੍ਰਾਈਸ ਨਹੀਂ ਦੱਸ ਸਕਦਾ। ਤੁਸੀਂ ਟਾਈਮ ਫਰੇਮ ਕੋਈ ਵੀ ਸਿਲੈਕਟ ਕਰ ਸਕਦੇ ਹੋ ਲੇਕਿਨ ਤੁਹਾਨੂੰ ਹਰ ਟਾਈਮ ਫਰੇਮ ਦਾ ਕੇਵਲ ਕਲੋਜ਼ਿੰਗ ਪ੍ਰਾਈਸ ਹੀ ਦੱਸ ਸਕੇਗਾ। ਇਸ ਕਰਕੇ ਟੈਕਨੀਕਲ ਐਨਾਲਿਸਿਸ ਵਿੱਚ ਅਸੀਂ ਲਾਈਨ ਚਾਰਟ ਦਾ ਇਸਤੇਮਾਲ ਬਹੁਤ ਹੀ ਲਿਮਿਟਿਡ ਕਰਦੇ ਹਾਂ ਲੇਕਿਨ ਇਸ ਦਾ ਇਸਤੇਮਾਲ ਚਾਰਟ ਪੈਟਰਨਸ ਨੂੰ ਕਨਫਰਮ ਕਰਨ ਲਈ ਕੀਤਾ ਜਾਂਦਾ ਹੈ ਕਿਉਂਕਿ ਕੈਂਡਲਸਟਿਕ ਚਾਰਟ ਵਿੱਚ ਪੈਟਰਨ ਕਈ ਵਾਰ ਇੰਨੇ ਵਿਜ਼ੀਬਲ ਨਹੀਂ ਹੁੰਦੇ ਲੇਕਿਨ ਜਦ ਅਸੀਂ ਕੈਂਡਲਸਟਿਕ ਚਾਰਟ ਨੂੰ ਲਾਈਨ ਚਾਰਟ ਵਿੱਚ ਕਨਵਰਟ ਕਰਦੇ ਹਾਂ ਤੇ ਅਸੀਂ ਆਸਾਨੀ ਦੇ ਨਾਲ ਪੈਟਰਨ ਨੂੰ ਪਹਿਚਾਨ ਸਕਦੇ ਹਾਂ ਕਿਉਂਕਿ ਲਾਈਨ ਚਾਰਟ ਕੇਵਲ ਕਲੋਜ਼ਿੰਗ ਪ੍ਰਾਈਸ ਨੂੰ ਇੰਡੀਕੇਟ ਕਰਦਾ ਹੈ। ਇਸ ਲਈ ਇਹ ਐਕਸਟਰਾ ਨੋਇਜ਼ ਯਾਨੀ ਕਿ ਕੈਂਡਲਸਟਿਕ ਚਾਰਟ ਵਿੱਚ ਜੋ ਓਪਨ ਹਾਈ ਲੋ ਪ੍ਰਾਈਸ ਹੁੰਦਾ ਹੈ ਉਸ ਨੂੰ ਹਟਾ ਦਿੰਦਾ ਹੈ। ਹੁਣ ਕੇਵਲ ਕਲੋਜ਼ਿੰਗ ਪ੍ਰਾਈਸ ਹੀ ਅਵੇਲੇਬਲ ਹੈ ਔਰ ਅਸੀਂ ਪੈਟਰਨ ਕਨਫਰਮੇਸ਼ਨ ਵਾਸਤੇ ਕੇਵਲ ਕਲੋਜ਼ਿੰਗ ਪ੍ਰਾਈਸ ਨੂੰ ਹੀ ਇੰਪੋਰਟੈਂਸ ਦਿੰਦੇ ਹਾਂ। ਦੋਸਤੋ ਇਹ ਸੀ ਲਾਈਨ ਚਾਰਟ ਦਾ ਛੋਟਾ ਜਿਹਾ ਇੰਟਰੋਡਕਸ਼ਨ। ਲਾਈਨ ਚਾਰਟ ਦੀ ਗੱਲ ਇਸ ਕੋਰਸ ਵਿੱਚ ਅਸੀਂ ਡਿਟੇਲ ਵਿੱਚ ਕਰਾਂਗੇ। ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਵੈਰੀ ਇੰਪੋਰਟੈਂਟ ਕੈਂਡਲਸਟਿਕ ਚਾਰਟ ਦੇ ਬਾਰੇ। ਤੋਂ ਆਓ ਸਿੱਖਦੇ ਹਾਂ ਕੈਂਡਲਸਟਿਕ ਚਾਰਟ ਕਿਸ ਤਰ੍ਹਾਂ ਕੰਮ ਕਰਦੇ ਨੇ। ਦੋਸਤੋ ਕੈਂਡਲਸਟਿਕ ਚਾਰਟ ਕੈਂਡਲ ਨਾਲ ਬਣਦੇ ਨੇ। ਇੱਕ ਕੈਂਡਲ 1 ਮਿੰਟ ਤੋਂ ਲੈ ਕੇ 1 ਮੰਥ ਦੀ ਹੋ ਸਕਦੀ ਹੈ। ਬਹੁਤ ਸਾਰੀਆਂ ਕੈਂਡਲਸ ਮਿਲकर ਚਾਰਟ ਨੂੰ ਫਾਰਮ ਕਰਦੀਆਂ ਨੇ ਜਿਸ ਦੇ ਨਾਲ ਕਈ ਪੈਟਰਨਸ ਬਣਦੇ ਨੇ ਜਿਨ੍ਹਾਂ ਦੀ ਸਟੱਡੀ ਅਸੀਂ ਟੈਕਨੀਕਲ ਐਨਾਲਿਸਿਸ ਕੋਰਸ ਵਿੱਚ ਕਰਦੇ ਹਾਂ। ਇੱਕ ਪਾਰਟਿਕੂਲਰ ਟਾਈਮ ਫਰੇਮ ਦੀ ਕੈਂਡਲ ਸਾਨੂੰ ਓਪਨ ਲੋ ਹਾਈ ਐਂਡ ਕਲੋਜ਼ਿੰਗ ਪ੍ਰਾਈਸ ਦੱਸਦੀ ਹੈ। ਇਸ ਦੀ ਮਦਦ ਨਾਲ ਪਤਾ ਲੱਗਦਾ ਹੈ ਕਿ ਉਸ ਪਾਰਟਿਕੂਲਰ ਟਾਈਮ ਫਰੇਮ ਦਾ ਕਲੋਜ਼ਿੰਗ ਪ੍ਰਾਈਸ ਕੀ ਸੀ, ਓਪਨ ਪ੍ਰਾਈਸ ਕੀ ਸੀ ਜਾਂ ਲੋ ਹਾਈ ਕੀ ਸੀਗਾ। ਦੋਸਤੋ ਕੈਂਡਲਸਟਿਕ ਚਾਰਟ ਦੀ ਹਿਸਟਰੀ ਬਹੁਤ ਹੀ ਪੁਰਾਣੀ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਕੈਂਡਲਸਟਿਕ ਦੀ ਖੋਜ ਇੱਕ ਜੈਪਨੀਜ਼ ਰਾਈਸ ਟ੍ਰੇਡਰ ਮੋਨੀਸਾ ਹੋਮਾ ਦੁਆਰਾ 18ਵੀਂ ਸਦੀ ਵਿੱਚ ਕੀਤੀ ਗਈ ਸੀ। ਹੋਮਾ ਦਾ ਮੰਨਣਾ ਸੀ ਕਿ ਰਾਈਸ ਮਾਰਕੀਟ ਡਿਮਾਂਡ ਐਂਡ ਸਪਲਾਈ ਦੇ ਨਾਲ ਟ੍ਰੇਡਰਸ ਦੇ ਇਮੋਸ਼ਨ ਨਾਲ ਵੀ ਪ੍ਰਭਾਵਿਤ ਹੁੰਦੀ ਹੈ ਯਾਨੀ ਕਿ ਪ੍ਰਾਈਸ ਮੂਵਮੈਂਟ ਡਿਮਾਂਡ ਐਂਡ ਸਪਲਾਈ ਦੇ ਇਲਾਵਾ ਸਾਡੇ ਇਮੋਸ਼ਨ ਨਾਲ ਵੀ ਪ੍ਰਭਾਵਿਤ ਹੁੰਦਾ ਹੈ। ਤਾਂ ਦੋਸਤੋ ਇਹ ਸੀ ਬਰੀਫ ਇੰਟਰੋਡਕਸ਼ਨ ਅਬਾਊਟ ਕੈਂਡਲਸਟਿਕਸ ਐਂਡ ਕੈਂਡਲਸਟਿਕ ਚਾਰਟਸ। ਦੋਸਤੋ ਕੈਂਡਲਸਟਿਕ ਦੀ ਸਟੱਡੀ ਅਸੀਂ ਨੈਕਸਟ ਵੀਡੀਓ ਵਿੱਚ ਡਿਟੇਲ ਨਾਲ ਕਰਾਂਗੇ। ਥੈਂਕਸ ਫॉर ਵਾਚਿੰਗ। ਵਿਲ ਸੀ ਯੂ ਇਨ ਦਾ ਨੈਕਸਟ ਵੀਡੀਓ।